20,000 ਰੁਪਇਆ। ਠੀਕ ਆ, ਤੁਸੀਂ ਆਪਣਾ। अस्सलाम वालेकुम जी। कदीर साहब नाम है जी ਤੁਹਾਡਾ। ਹੋਰ ਜੀ ਸਿਹਤ ਕੈਸੀ ਹੈ? ਨਹੀਂ ਨਹੀਂ ਬੈਠੋ ਬੈਠੋ। ਅੰਦਰ ਆ ਜਾਓ। ਨਹੀਂ ਨਹੀਂ ਕੋਈ ਨਹੀਂ ਅੰਦਰ। ਨਹੀਂ ਨਹੀਂ ਗੱਲ ਸੁਣੋ। ਹਾਂਜੀ ਆ ਜਾਓ ਅੰਦਰ ਆ ਜਾਓ। ਇੱਥੇ ਬਾਹਰ ਬੈਠੇ ਅੰਦਰ ਅੱਜ ਬੈਠੋ ਸਹੀ। ਕੋਈ ਨਹੀਂ ਅੰਦਰ ਆ ਜਾਓ। ਨਹੀਂ ਨਹੀਂ ਗੱਲ ਤਾਂ ਸੁਣੋ। ਇੱਥੇ ਇੱਥੇ ਬੈਠੋ ਮੇਰਾ ਵੀਰ। ਬਹਿ ਜਾ ਬਹਿ ਜਾ। ਬੰਦਾ ਤਕੱਲਫ ਦੇਖੋ ਮਾਸ਼ਾਅੱਲਾ। ਇਹ ਲੈ ਇਹ ਕੀ ਮਸਲਾ ਬਣ ਗਿਆ? ਇਹ ਵੀਰੇ ਤੇ ਸ਼ੂਗਰ ਦਾ ਸੀ ਤੇ ਮੈਂ ਬਿਮਾਰ ਪਹਿਲਾਂ ਆ ਪੈਰ ਖਰਾਬ ਸੀ। ਹਾਂ ਫਿਰ ਆ ਮੇਰਾ ਖਰਾਬ ਸੀ। ਇਹ 3-4 ਸਾਲ ਇਲਾਜ ਕਰਾਇਆ। ਹੂੰ ਤੇਰੇ ਮੇਰੇ ਵਗਰ ਭੈਣ ਭਰਾਵਾਂ ਨੇ ਮੇਰੀ ਮਦਦ ਕਰਕੇ ਕਰਾਇਆ। ਅੱਛਾ ਫਿਰ ਮੇਰੀ ਇਹ ਲੱਤ ਕੱਟ ਹੋ ਗਈ। ਇਹ ਚੰਗੀ ਭਲੀ ਸੀ। ਅੱਛਾ ਇਹ ਰੱਬ ਵੱਲੋਂ ਕੱਟ ਹੋ ਗਈ। ਅੱਛਾ ਇਹ ਜਦੋਂ ਕੱਟ ਹੋ ਗਈ ਇਹਦੀ ਵਜ੍ਹਾ ਤੋਂ ਹੁਣ 7-8 ਮਹੀਨੇ ਹੋ ਗਏ ਯਾਨੀ ਕਿ ਮੈਂ ਮਹਤਾਜ ਹੋਇਆ ਬੈਠਾ। ਹੂੰ ਤੇ ਤੇਰੇ ਮੇਰੇ ਵਗਰੇ ਭੈਣ ਭਰਾ ਹੀ ਮੇਰੀ ਮਦਦ ਕਰਦੇ ਆ। ਇਹ ਘਰ ਆ ਮੇਰਾ ਤੇ ਅੰਦਰ ਯਾਨੀ ਕਿ ਵੀ ਬਣਾਇਆ ਤੇ ਯਾਨੀ ਕਿ ਇਹ ਹੁਣ ਇਹ ਪੱਖਾ ਇਹ ਕੱਲਾ ਦਾ ਬੰਦਾ ਦੇ ਕੇ ਗਿਆ ਮੈਨੂੰ। ਉਹ ਕਹਿੰਦਾ ਯਾਨੀ ਕਿ ਲਾ ਸੋਧਰਾ ਦੇ ਕੇ ਗਿਆ ਹੁਣ। ਹੂੰ ਤੇ ਮੇਰੇ ਕੋਲ ਗੁੰਜਾਇਸ਼ ਕੋਈ ਨਹੀਂ ਤੇ ਘਰ ਦੀ ਆ ਬਿਮਾਰ ਯਾਨੀ ਕਿ ਉੱਥੇ ਦਿਲ ਦਾ ਹਸਪਤਾਲ ਆ ਹੂੰ ਫੈਸਲਾਬਾਦ। ਹੂੰ ਤੇ ਮੇਰੇ ਕੋਲ ਮੈਨੂੰ ਤੂੰ ਹੁਣ ਵੀ ਕਹਿੰਦੀ ਸੀ ਕਹਿੰਦੀ ਇੱਥੇ ਘਰ ਲੈ ਜਾ। ਮੈਂ ਉੱਥੇ ਕੀ ਯਾਨੀ ਮੇਰਾ ਨਹੀਂ ਸਰਦਾ। ਘਰ ਦੀ ਨੂੰ ਕੀ ਮਸਲਾ? ਦਿਲ ਦਾ ਅਟੈਕ ਦਾ ਮਸਲਾ। ਉਹਨੂੰ ਅਟੈਕ ਦਾ ਯਾਨੀ 2 ਵਾਰੀ ਹੋ ਗਿਆ। ਘਰ ਦੀ ਨੂੰ 2 ਦਫਾ ਅਟੈਕ ਹੋ ਗਿਆ। ਹਾਂਜੀ ਤੁਹਾਡੀ ਆਹ ਲੱਤ ਕੱਟੀ ਗਈ ਨਾਲ ਪੈਰ ਵੀ ਡੈਮੇਜ ਲੱਗਦਾ। ਹਾਂਜੀ ਪੈਰ ਵੀ ਮੈਂ ਕੰਮ ਨਹੀਂ ਕਰ ਸਕਦਾ। ਮੈਨੂੰ ਇਹ ਜੀ ਸ਼ੂਗਰ ਦਾ ਕਰਕੇ ਪਹਿਲੇ ਪੈਰ ਗੂਠਾ ਕੱਟ ਹੋ ਗਿਆ ਸੀ। ਲੱਤ ਖਰਾਬ ਹੋ ਗਈ ਸੁੱਜ ਗਈ ਸੀ। ਇਹ ਅੱਲਾ ਨੇ ਆਰਾਮ ਦੇ ਦਿੱਤਾ ਤੇ ਆ ਕੱਟੀ ਗਈ। ਤੇ ਮੈਂ ਮਜਬੂਰ ਯਾਨੀ ਕਿ ਹੋ ਕੇ ਹੁਣ ਮੇਰੇ ਵਾਕਈ ਹਕੀਕਤ ਕਰ ਮਰਮਾ ਦਾ ਮਹੀਨਾ ਮੈਂ ਇਸ ਟਾਈਮ ਯਾਨੀ ਕਿ ਲੋਕਾਂ ਦੀ ਹਲਫ ਤੇ ਪਲਣਦੇ ਆ। ਲੋਕ ਤੇਰੇ ਮੇਰੇ ਵਗਰੇ ਮੇਰਾ 1000 ਦੇ ਦੇਣ 500 ਦੇ ਦੇਣ। ਨਹੀਂ ਕੋਈ ਪਾਣੀ ਤੇ ਲੈਣਾ ਸੀ ਮੈਂ ਪਾਣੀ ਪੀਣਾ ਸੀ। ਨਹੀਂ ਹੁਣ ਰਹਿਣ ਦੋ। ਤੇ ਇਹ ਸਰ ਹਾਲਾਤ ਇਦਾਂ ਦੇ ਬਣ ਗਏ ਸੀ ਬਹੁਤ ਜ਼ਿਆਦਾ ਖੁਫੀਆ ਮੇਰੇ। ਹੁਣ ਮੇਰੇ ਕੋਲ ਜਾਣੀ ਕਿ ਨਾ ਤੇ ਬੱਚਿਆਂ ਦਾ 2 ਬੱਚੀਆਂ 1 ਬੱਚਾ ਵਾ। ਮੇਰਾ ਜ਼ਰੀਆ ਆਮਦਨ ਕੋਈ ਨਹੀਂ ਕਮਾਉਣ ਦਾ। ਆ ਪਿੱਛੇ ਕੀ ਆ ਡੱਬਾ ਜਿਹੜਾ? ਇਹ ਜੀ ਕਿਸੇ ਨੇ ਰੱਖਿਆ। ਇਹ ਕੀ ਹੈ? ਇਹ ਕਿਸੇ ਨੇ ਉਹ ਰੱਖਿਆ ਵਾ ਦੁਕਾਨ ਬਣਾਉਣ ਵਾਸਤੇ। ਅੱਛਾ ਤੇ ਮੈਨੂੰ ਇੱਕ ਤੇ ਹੈਗੀ ਆ ਰੇੜੀ ਦੀ ਜ਼ਰੂਰਤ। ਜਾਣੀ ਕਿ ਮੇਰੇ ਜਾਣੀ ਦਵਾਈ ਜਾਂ ਕੋਈ ਬੱਚਾ ਜਾਣੀ ਕਿ ਅੱਗੇ ਪਿੱਛੇ ਜਾਣਾ ਮਰ ਗਿਆ ਕੋਈ ਜਾਂ ਕੋਈ ਨਿਕਲਣਾ ਘਰੋਂ ਦਵਾਈ ਮੈਨੂੰ ਕੋਈ ਰੇਟ ਦੀ ਜਾਣੀ ਕਿ ਕੋਈ ਚੀਜ਼ ਦੀ ਸਹੂਲਤ ਹੋਣੀ ਚਾਹੀਦੀ ਜਿਹੜਾ ਆਪਣਾ ਮੈਂ ਚੱਲ ਸਕਾਂ। ਵੀਲ ਚੇਅਰ ਚਾਹੀਦੀ ਹੈ। ਹਾਂਜੀ ਜਿਹੜੀ ਕੰਪਿਊਟਰ ਵਾਲੀ ਜਿਹੜੇ ਆਪਣੇ ਆਪ ਮੈਂ ਜਾਣੀ ਕਿ ਵੀ ਰੇਟ ਸਾ ਕਿਸੇ ਦੇ ਮਹਤਾਜੀ ਨਾ ਮੈਨੂੰ ਹੋਵੇ। ਮੈਂ ਜਿੱਦਣ ਮਰਜ਼ੀ ਜਾਣੀ ਕਿ ਆਪਣੇ ਘਰ ਦਾ ਸਿਸਟਮ ਚਲਾ ਸਕਦਾ। ਤੇ ਰਜ਼ੀ ਆਮਦਨ ਮੇਰਾ ਕੋਈ ਨਹੀਂ। ਅੱਛਾ 2 ਬੱਚੀਆਂ 1 ਬੱਚਾ। ਆ ਘਰ ਦੇਖ ਲਓ ਉੱਤੇ ਦੇਖਿਓ ਕੋਈ ਹੋਰ ਕਮਰਾ ਵੀ ਆ। ਹਾਂਜੀ ਸਰ ਆਇਓ। ਨਹੀਂ ਨਹੀਂ ਕੋਈ ਨਹੀਂ ਦੇਖਦਾ ਪਿਆ ਮੈਨੂੰ ਇੱਥੋਂ ਹੀ। 1 ਮਿੰਟ ਉੱਤੇ ਨਹੀਂ ਨਹੀਂ ਬੈਠੇ ਰਹੋ ਉਸ ਤਰ੍ਹਾਂ ਨਾਲ ਗੱਲਾਂ ਕਰਨਾ ਹੈ। ਬਸ ਸਰ ਜੀ ਮੈਂ ਪਹਿਲੇ ਤੁਸੀਂ ਕੀ ਕੰਮ ਕਰਦੇ ਸੀ? ਮੈਂ ਪਹਿਲੇ ਚਲਾਉਂਦਾ ਸੀ ਰਕਸ਼ਾ। ਰਕਸ਼ਾ ਕਿੱਥੇ ਹੁਣ? ਰਕਸ਼ਾ ਹੈ ਨਹੀਂ ਮੇਰੇ ਕੋਲ। ਸਾਰਾ ਕੁਝ ਵਿਕ ਗਿਆ। ਜ਼ਮੀਨ ਸੀ ਮੇਰੇ ਕੋਲ ਪਿਓ ਦੀ ਉਹ ਵਿਕ ਗਈ। ਕੁਝ ਇਦਾਂ ਦੇ ਹਾਲਾਤ ਆ ਗਏ। ਹੁਣ ਬੱਚੇ ਆਏ ਆ ਤੇ ਮੇਰੇ ਕੋਲ ਕੁਝ ਨਹੀਂ। ਜਦੋਂ ਬੱਚੇ ਸੀ ਨਹੀਂ ਹੈਗੇ ਸੀ ਉਦੋਂ ਮੇਰੇ ਕੋਲ ਹੈਗਾ ਸੀ ਸਾਰਾ ਕੁਝ। ਉਦੋਂ ਮੈਂ ਖਾ ਪੀ ਲਿਆ। ਬੱਚੇ ਹੁਣ ਕਿੰਨੇ ਤੁਹਾਡੇ? 2 ਬੱਚੀਆਂ ਵਾ। ਇੱਕ 16 ਸਾਲਾਂ ਦੀ ਹੈ ਇੱਕ 18 ਸਾਲਾਂ ਦੀ ਹੈ। ਤੇ ਇੱਕ ਬੱਚਾ ਹੈ ਇਸ ਬੱਚੇ ਜਿੱਡਾ। ਅੱਛਾ ਹੁਣ ਤੁਸੀਂ ਕੀ ਐਸਾ ਤੁਹਾਨੂੰ ਕਰਕੇ ਦਈਏ ਕਿ ਜਿਹੜਾ ਤੁਸੀਂ ਸਟੇਬਲ ਹੋ ਵਾਪਸ ਆਪਣੇ ਪੈਰਾਂ ਤੇ ਖੜੇ ਹੋ? ਭਾਜੀ ਤੁਸੀਂ ਜੋ ਕਰਕੇ ਦੇ ਦੋਗੇ ਜਿੰਨਾ ਕਰਕੇ ਦੇ ਦੋਗੇ ਮੈਨੂੰ ਉਨਾ ਹੀ ਆਮੀਨ। ਮੈਨੂੰ ਕੋਈ ਨਾ ਕੋਈ ਇੱਕ ਤੇ ਮੈਨੂੰ ਇਹ ਮੇਰੀ ਬਹੁਤੀ ਮਸਲਾ ਵਾ ਰੇੜੀ ਦਾ ਸਭ ਤੋਂ ਜ਼ਿਆਦਾ। ਤੇ ਬੱਚਿਆਂ ਦਾ ਘਰ ਦਾ ਜਾਣੀ ਕਿ ਮਹੀਨਾ ਮੇਰਾ ਰਾਸ਼ਨ ਦਾ ਕੋਈ ਕਰਦੇ ਜਿਹੜਾ ਮਹੀਨੇ ਦਾ ਸਿੱਟ ਮੈਨੂੰ ਘਰ ਬੈਠੇ ਕੋਈ ਮੇਰੇ ਪਰਸਨ ਹਕੀਕਤ ਪਾ ਕੋਈ ਨਹੀਂ ਦੇਣ ਦਿਆ। ਅੱਜ 15 ਦਿਨ ਹੋ ਗਏ ਮੇਰੇ ਕੋਲ ਪੈਸੇ ਕੋਈ ਨਹੀਂ। ਰਾਤੀ 2 ਮਣ ਦਾਣੇ ਵੇਚੇ ਇਹ ਬੀਵੀ ਨੇ ਪੈਸੇ ਘੱਲੇ 2 ਮਣ ਦਾਣੇ ਵੇਚ ਕੇ ਹਲਪ। ਅੱਛਾ ਯਾਨੀ ਕਿ ਹੁਣ ਕਿਸੇ ਪਾਸੇ ਨਹੀਂ ਮਤਲਬ ਉਹ ਕਹਿੰਦੀ ਸੀ ਵੀ ਡੱਬਾ ਲੈ ਕੇ ਆ ਤੇ ਮੈਨੂੰ ਲੈ ਕੇ ਆ। ਹੁਣ ਮੈਂ ਵੀ ਲੱਤ ਦਿਖਾਣੀ ਆ। ਦੇਖੋ ਮੰਗਲ ਵਾਲੇ ਦਿਨ ਦਿਖਾਣੀ ਹੈ ਲੱਤ। ਮੈਂ ਜਾਣਾ ਮੈਂ ਹਰ ਮਹੀਨੇ ਬਾਅਦ ਮੈਂ ਜਾਣਾ ਉੱਥੇ ਇੱਥੋਂ ਕਰਾ ਕੇ ਡੱਬਾ। ਤੇ ਮੈਂ ਸੋਚਣ ਦਿਆ ਸੀ ਮੈਂ ਭਾਈ ਉਹਨਾਂ ਕੋਲ ਗਿਆ ਕਹਿੰਦੇ ਯਾਨੀ ਕਿ ਵੀ ਸ਼ਾਮ ਨੂੰ ਆਵਾਂਗੇ ਅਸੀਂ। ਅੱਛਾ ਤੇ ਸਰ ਜਿੱਦਾਂ ਤੁਸੀਂ ਦੇਖ ਲਓ ਹਾਲਾਤ ਘਰ ਦੇ ਵੀ ਦੇਖ ਲਓ ਜਿੱਦਾਂ ਤੁਸੀਂ
ਕਰੋਗੇ ਮੇਰੇ ਨਾਲ ਜੋ ਵੀ ਕਰਨਾ ਤੁਸੀਂ ਕਰ ਦਿਓ ਅੱਲਾ ਦੇ ਰਜ਼ਾ ਵਾਸਤੇ ਮੇਰੇ ਨਹੀਂ ਕੋਲ ਮੈਂ ਇਹ ਕਹਿਣਾ ਆ ਬੇਟਾ ਪਿੱਛੇ ਹੋਣਾ ਬਹਿ ਜਾਓ ਬਹਿ ਜਾਓ ਮੈਂ ਇਹ ਕਹਿਣਾ ਕਿ ਅਸੀਂ ਤੁਹਾਨੂੰ ਇਸ ਚੀਜ਼ ਚੋਂ ਕੱਢਣਾ ਚਾਹੁੰਦੇ ਆ ਜੇ ਤੁਹਾਡੀ ਇਮਦਾਦ ਕੋਈ ਨਾ ਕਰੇ ਆ ਕੇ ਬਸ ਜੀ ਕੱਢ ਦੋ ਤੇ ਇਹ ਤੇ ਅੱਲਾਹ ਤਾਲਾ ਤੁਹਾਨੂੰ ਤੇ ਸਕੋ ਹੀ ਜ਼ਿਆਦਾ ਦੇਵੇ ਮੇਰਾ ਕੋਈ ਜ਼ਰੀਆ ਬਣਾ ਦਿਓ ਆਮਦਨ ਦਾ ਵੀ ਕੋਈ ਵੀ ਜਾਣੀ ਕਿ ਮੇਰੇ ਕੋਲ ਇਹ ਆ ਵੀ ਮੈਂ ਇਦਾਂ ਫਿਰ ਤੁਰ ਜੋਗਾ ਹੋ ਗਿਆ ਇਹ ਆ ਭਾਜੀ ਫਿਰ ਬੰਦਾ 100 ਕੋਈ ਚੀਜ਼ ਕਰਦਾ ਹੁਣ ਮੈਂ ਮਤ ਆਇਆ ਤੁਸੀਂ ਆ ਦੇਖੋ ਮੈਂ ਇੱਥੇ ਬੱਚੀ ਉਹ ਪਈ ਹੈ ਗਈ ਹੈ ਦਰਸ ਪੜਨ ਉਹ ਮੈਨੂੰ ਸਾਂਭਦੀ ਆ ਮੈਂ ਇਦਾਂ ਰੇੜ ਕੇ ਜਾਂਦਾ ਵਾਂ ਘਰ ਇਹ ਇਦਾਂ ਉਤਰਨਾ ਤੇ ਇਦਾਂ ਜਾਂਦਾ ਵਾਂ ਆ ਜਾਓ ਅੰਦਰ ਨੂੰ ਆ ਜਾਓ ਮਾੜੇ ਇੱਧਰ ਨੂੰ ਆ ਜਾਓ ਅੰਦਰ ਨੂੰ ਆ ਜਾਓ ਮੈਂ ਅੰਦਰ ਆ ਜਾਓ ਆ ਜਾਓ ਆ ਜਾਓ ਭਾਈ ਹਾਂਜੀ ਏਦਾਂ ਮੈਂ ਹੁੰਦਾ ਜੀ ਇਹ ਮੇਰਾ ਘਰ ਆ ਮਾੜਾ ਜਿਹਾ ਤੇ ਇਹ ਵੀ ਹਾਲਾਤ ਬਸ ਏਦਾਂ ਹੀ ਅੱਲਾ ਨੇ ਆ ਦੇਖੋ ਇਹ ਇੱਥੇ ਸੀ ਮੈਂ ਸਾਰਾ ਦਿਨ ਪੈਂਦਾ ਲੰਮੇ ਬਿਜਲੀ ਦਾ ਬਿੱਲ ਬੜਾ ਹੁੰਦਾ ਵਾ ਉਹ ਇੱਥੇ ਆਇਆ ਪਰਸੋਂ ਭਾਈ 1000 ਰੁਪਏ ਦੇਣੇ ਆ ਜਿਹਨੇ ਪੱਖਾ ਦਿੱਤਾ ਉਹਨੇ ਹਾਲਾਤ ਦੇਖੇ ਉਹਨੇ ਕਿਹਾ ਯਾਰ ਕਿੱਦਾਂ ਗਰਮੀ 'ਚ ਪੈਣਾ ਮੈਂ ਕਿਹਾ ਯਾਰ ਮੇਰੇ ਕੋਲ ਨਹੀਂ ਹੈਗਾ ਪੱਖਾ ਵਾ ਇਹ ਬਿਜਲੀ ਬੜੀ ਖਿੱਚਦਾ ਉਹਨੇ 30 ਵੋਲਟ ਦਾ ਯਾਨੀ ਕਿ ਲਿਆ ਕੇ ਦਿੱਤਾ ਉੱਤੇ ਸਾਰੇ ਮੇਰੇ ਕੋਲ ਯਾਨੀ ਕਿ ਵੀ ਉੱਤੇ ਰੈਸ ਇੱਥੇ ਬੱਚੀਆਂ ਸੀ ਇੱਥੇ ਬੱਚੀਆਂ ਖਾਂਦੀਆਂ ਸੀ ਮੈਂ ਵੀ ਪੀਂਦਾ ਸੀ ਬੱਚੇ ਇਹ ਖੁਰਾ ਸੀ ਮੇਰਾ ਇਹ ਫਿਰ ਮੈਂ ਹੁਣ ਖੁਰਾਕ ਖਤਮ ਕੀਤਾ ਰੋਜ਼ਾਂ ਦੀ ਮਦਦ ਹੋਈ ਸੀ ਮੈਨੂੰ ਥੋੜੀ ਜਿਹੀ ਇਕੱਠੀ ਮੈਂ ਖਤਮ ਕਰਕੇ ਉੱਤੇ ਕਮਰਾ ਇੱਕ ਔਖਾ ਸੌਖਾ ਹੋ ਕੇ ਬਣਾ ਕੇ ਹੁਣ ਉੱਤੇ ਹਾਲੇ ਸਿਸਟਮ ਰਹਿੰਦਾ ਵਾ ਬਾਹਰ ਮੱਥਾ ਵੀ ਰਹਿੰਦਾ ਉੱਤੇ ਵੀ ਕੰਮ ਰਹਿੰਦਾ ਯਾਨੀ ਕਿ ਉੱਤੇ ਪਰਦੇ ਪੁਰਦੇ ਕਰਨ ਵਾਲੇ ਤੇ ਔਖਾ ਤੇ ਮੈਂ ਅੱਲਾਹ ਤਾਲਾ ਨੇ ਮੈਨੂੰ ਬਣਾਤਾ ਮੈਨੂੰ ਹੈਲਪ ਨੇ ਜਿਹੜੀ ਕਿ ਜਾਣੀ ਬਹੁਤ ਮੈਂ ਤੁਹਾਡੇ ਘਰ ਵੀ ਗਿਆ ਤੁਹਾਡੀ ਵਾਲਦਾ ਸਾਹਿਬ ਨੇ ਮੇਰੀ ਬੜੀ ਹੈਲਪ ਕੀਤੀ ਸੀ ਉਹ ਮੁੰਡੇ ਨੇ ਇੱਕ ਨੇ ਪਤਾ ਨਹੀਂ ਕਿਹੜਾ ਸੀ ਉਹਨੇ ਨਾਮ ਵੀ ਲਿਖਿਆ ਸੀ ਤੇ ਫਿਰ ਮੁੜ ਕੇ ਉਹਨੇ 15-20 ਦਿਨ ਕਹਿੰਦਾ ਤਬਾਦਲਾ ਹੋ ਗਿਆ ਭਾਜੀ ਦਾ ਤੇ ਮੈਂ ਫਿਰ ਅੱਜ ਬਜ਼ੁਰਗਾਂ ਕੋਲ ਗਿਆ ਤੇ ਬਜ਼ੁਰਗਾਂ ਨੇ ਮੈਨੂੰ ਕਿਹਾ ਵੀ ਉਹ ਵੀ ਮਜਬੂਰ ਹੋ ਕੇ ਗਿਆ ਬੀਵੀ ਨੂੰ ਮੈਂ ਉੱਥੇ ਪੈਸੇ ਮੇਰੇ ਕੋਲ ਨਹੀਂ ਹੈਗੇ ਮੈਂ ਲੈਣ ਜਾਣਾ ਬੀਵੀ ਨੂੰ ਤੇ ਹਸਪਤਾਲ ਉੱਥੋਂ ਤੇ ਮੈਂ ਮਜਬੂਰ ਸੀ ਹੁਣ ਤੁਹਾਨੂੰ ਕੀ ਕਰਕੇ ਦਈਏ ਐਸਾ ਜਿਹੜਾ ਤਾਂ ਤੁਸੀਂ ਇਸ ਮਹਿਕੂਮੀ ਚ ਨਿਕਲੋ ਸਰ ਜੋ ਤੁਸੀਂ ਕੰਮ ਕੋ ਕਰਕੇ ਦੇਣਾ ਮੈਨੂੰ ਦੇ ਦਿਓ ਮੇਰਾ ਜਿਹੜਾ ਜ਼ਰੀਆ ਆਮਦਨ ਕੋਈ ਬਣ ਜਾਏ ਕੋਈ ਜਾਣੀ ਕਿ ਤੁਸੀਂ ਕੀ ਸੋਚਿਆ ਮੈਂ ਤਾਂ ਸਾਰੇ ਸੋਚਿਆ ਵੀ ਚਲੋ ਇਹ ਵੀ ਬੱਚੀ ਜਿਹੜੀ ਆ ਉਹ ਮੇਰੀ ਹੈਗੀ ਆ 18-19 ਸਾਲਾਂ ਦੀ ਮੈਂ ਕਹਿੰਦਾ ਚੱਲ ਕੋਈ ਉਹਨੂੰ ਕੈਰੀ ਡੱਬਾ ਮੈਂ ਨਿਕਾ ਜਾ ਲੈ ਲਾਂ ਕੋਈ 2-4 ਲੱਖ ਦਾ ਲੈ ਕੇ ਤੇ ਉਹਨੂੰ ਬੱਚੀਆਂ ਢੋਲੇ ਕਰੇਗੀ ਸਕੂਲ ਦੀਆਂ ਇੱਥੇ ਚਲੋ ਆਪਣਾ ਬੱਚਿਆਂ ਦਾ ਕੋਈ ਜ਼ਰੀਆ ਆਮਦਨ ਬਣ ਜੂਗੀ ਬੱਚੀ ਹੋਰ ਮੇਰਾ ਮੁੰਡਾ ਤਾਂ ਕੋਈ ਜਵਾਨ ਨਹੀਂ ਹੈਗਾ ਵੀ ਬੱਚੀ ਆ ਚਲੋ ਬੱਚੀ ਚਲਾ ਕੇ ਗੱਡੀ ਤੇ ਇੱਥੇ ਨਹੀਂ ਤੁਸੀਂ ਨਹੀਂ ਕੰਮ ਕਰ ਸਕਦੇ ਮੈਂ ਤੇ ਕੁਝ ਨਹੀਂ ਹੱਥ ਪੈਰਾਂ ਨੂੰ ਛੱਡ ਦਿਓ ਹਾਂਜੀ ਉਦਾਂ ਤੇ ਅਲਹਮਦੁਲਿਲਾ ਮੈਂ ਫਿੱਟਾਂ ਜੀ ਮੈਂ ਜਿਹੜਾ ਮਰਜ਼ੀ ਮੈਨੂੰ ਕੋਈ ਕੰਮ ਲੱਭ ਜੇ ਮੈਂ ਰੋਟੀ ਮੈਂ ਤੇ ਝਾੜੂ ਮਾਰ ਕੇ ਵੀ ਖਾਣ ਨੂੰ ਤਿਆਰ ਮੈਨੂੰ ਅਗਰ ਕੋਈ ਬਹਿ ਕੇ ਕੰਮ ਲੱਭ ਜੇ ਮੈਂ ਖਾਣ ਨੂੰ ਤਿਆਰ ਮੈਨੂੰ ਕੋਈ ਪੱਕਾ ਕੰਮ ਕਰ ਦੋ ਤੇ ਮੈਂ ਤਿਆਰ ਹਾਂ ਮੈਨੂੰ ਇਹ ਹੈ ਵੀ ਕੋਈ ਨਾ ਕੋਈ ਜ਼ਰੀਆ ਆਮਦਨ ਹੋਣੀ ਚਾਹੀਦੀ ਮੈਂ ਯਕੀਨ ਕਰੋ ਮੈਂ ਲੋਕਾਂ ਦੇ ਅੱਗੇ ਮੰਗ ਕੇ ਔਖਾ ਹੋ ਗਿਆ ਬਹੁਤ ਜਾਣੀ ਕਿ ਮੇਰੇ ਮਾਲੀ ਹਾਲਾਤ ਇਸ ਟਾਈਮ ਮਾੜੇ ਅੱਛਾ ਤੇ ਅੱਲਾ ਦੀ ਰਜ਼ਾ ਵਾਸਤੇ ਮੈਂ ਕਹਿੰਦਾ ਤੁਹਾਡੀ ਬੜੀ ਮਿਹਰਬਾਨੀ ਅਗਰ ਤੁਸੀਂ ਇਹ ਮੇਰਾ ਕੋਈ ਨਾ ਕੋਈ ਆਪ ਵੀ ਸਿਸਟਮ ਦਿਲੋ ਇਦਾਂ ਦੀ ਗਰਮੀ 'ਚ ਘਰ ਛੋਟਾ ਵਾ ਤੇ ਬੱਚੇ ਬੜੇ ਔਖੇ ਆ ਇੱਥੇ 2 ਮਿੰਟ ਨਹੀਂ ਬੰਦਾ ਖਲੋ ਸਕਦਾ ਇਹ ਕਿੰਨੀ ਚੜਾਈ ਹੈ ਇਸ ਜਗ੍ਹਾ ਦੀ ਇਹ 13 ਫੁੱਟ ਹੈ ਜੀ 13 ਫੁੱਟ 13 ਫੁੱਟ ਤੇ ਦਰਵਾਜ਼ਾ ਕਿੰਨਾ ਫੁੱਟ ਚੌੜਾ ਆ ਇਹ ਜੀ 6 ਫੁੱਟ 3 ਫੁੱਟ ਆ ਇੰਨਾ ਯਾਨੀ ਕਿ 6 ਫੁੱਟ ਦਾ ਦਰਵਾਜ਼ਾ 3 ਫੁੱਟ ਦਾ ਹੋਣਾ 3.5 ਅੱਛਾ ਮੰਜੀ ਲੰਘ ਜਾਂਦੀ ਹੈ ਜੀ ਆ ਮੇਰੀ ਮੰਜੀ ਚੋਂ ਲੰਘ ਜਾਂਦੀ ਹਾਂਜੀ ਆ ਬਾਥਰੂਮ ਹੁਣ ਬਣਾਇਆ ਜੀ ਬਾਥਰੂਮ ਮੇਰੇ ਵਾਸਤੇ ਉਹਨਾਂ ਨੇ ਇਹ ਹੁਣ ਬਣਾਇਆ ਹਾਂਜੀ ਮੈਨੂੰ ਰੋਜ਼ਾਂ ਦੇ ਚ ਕਿਸੇ ਨੇ ਮਦਦ ਦਿੱਤੀ ਸੀ ਉਹਨੇ ਕਿਹਾ ਯਾਨੀ ਕਿ ਬਾਥਰੂਮ ਦੀ ਮੈਨੂੰ ਬੜੀ ਤੰਗੀ ਸੀ ਬਾਥਰੂਮ ਇਥੋਂ ਖਤਮ ਹੋ ਜਾਵੇ ਦੁਕਾਨ ਬਣ ਜਾਣੀ ਹਾਂਜੀ ਦੁਕਾਨ ਤੇ ਬਣਦੀ ਹੈ ਅਗਰ ਨਾ ਵੀ ਬਾਥਰੂਮ ਖਤਮ ਹੋਏਗਾ ਸਰ ਇਹ ਬੈੱਡ ਮੈਂ ਅੰਦਰ ਵਾੜ ਲੂੰਗਾ ਦੁਕਾਨ ਬਣਾ ਦੋ ਕੋਈ ਬੱਚੇ ਚਲੋ ਇਹ ਵੀ ਕੋਈ ਦੁਕਾਨ ਬਣਾ ਦੋ ਕੋਈ ਬੱਚਿਆਂ ਦਾ ਬੁੱਢੀਆਂ ਦਾ ਸਮਾਨ ਕੋਈ ਦੁਕਾਨ ਦਾ ਸੌਦਿਆਂ ਦਾ ਤੇ ਚਲੋ ਤੇ ਘਰ ਬੈਠੀ ਬੁੱਢੀ ਚਲਾ ਲਿਆ ਕਰੀ ਮੈਂ ਚਲਾ ਲਾ ਕਰਾਂਗਾ ਬੱਚੇ ਚਲਾ ਲਿਆ ਕਰਨਗੇ ਆ ਕੀ ਆ ਨਾਲ ਇਹ ਸਰ ਪੌੜੀ ਉੱਤੇ ਆ ਜਾਓ ਉੱਤੇ ਨਹੀਂ ਉੱਤੇ ਨਹੀਂ ਆਉਣਾ ਸੀ ਤੁਹਾਨੂੰ ਮੈਂ ਦਿਖਾ ਦਿੰਦਾ ਆ ਦੇਖੋ ਇੱਧਰ ਨਹੀਂ ਉੱਤੇ ਨਹੀਂ ਆਉਣਾ ਸੀ ਸਾਡੀ ਗੱਲ ਤਾਂ ਸੁਣੋ ਹਾਂਜੀ ਉੱਤੇ ਨਹੀਂ ਆਉਣਾ ਸੀ ਬਸ ਠੀਕ ਹੈ ਇਹ ਸਰ ਪੌੜੀਆਂ ਓਕੇ ਹੋ ਗਿਆ ਪੌੜੀਆਂ ਤਾਂ ਹੈ ਇਹ ਜਗ੍ਹਾ ਯੂਜ਼ ਦੇ ਵਿੱਚ ਲਿਆ ਸਕਦੇ ਹਾਂ ਅਸੀਂ ਹਾਂਜੀ ਆ ਲੂਜ ਆ ਸਕਦੀ ਆ ਬੈੱਡ ਮੈਂ ਅੰਦਰ ਲੈ ਜਾਊਂਗਾ ਆ ਸਾਰੀ ਲੂਜ ਇੱਥੇ ਆ ਸਕਦੀ ਆ ਇੰਨਾ ਕੁ ਰਸਤਾ ਲੰਘ ਜੂਗਾ ਬਾਕੀ ਇਹ ਲੂਜ ਤੇ ਆ ਜਾਣੀਆਂ ਲੰਬਾੜੀਆਂ ਮੂੜੀਆਂ ਬਣਾ ਕੇ ਦੁਕਾਨ ਲੂਜ ਤੇ ਆ ਸਕਦੀ
ਹੁਣ ਤੁਹਾਨੂੰ ਕੀ ਚਾਹੀਦਾ ਸੀ ਵਕਤੀ ਤੌਰ ਤੇ? ਸਰ ਵਕਤੀ ਤੌਰ ਤੇ ਤਾਂ ਮੈਨੂੰ ਘਰ ਦੇ ਮਜਬੂਰੀ ਪੈਸੇ ਦੀ ਸੀ ਲੋੜ, ਮੈਂ ਜਾਣਾ ਫੈਸਲਾਬਾਦ। ਹੂੰ ਤੇ ਉਹ ਦੂਸਰਾ ਮੈਨੂੰ ਰੇੜੀ ਦਾ ਇੱਕ ਲੈ ਦਿਓ, ਰੇੜੀ ਦਾ ਮੈਨੂੰ ਬੜੀ ਤਕਲੀਫ ਹੈ। ਚਲੋ ਦੁਕਾਨ ਬਣ ਜੂਗੀ, ਰੇੜੀ ਲੈ ਜੂਗੇ, ਫਿਰ ਇਹ ਮੈਂ ਆਪਣੇ ਚਾਹ ਕੇ ਸੌਦਾ ਤੇ ਲਿਆਵਾਂ ਕਰਾਂਗਾ, ਬੱਚੀਆਂ ਕਿੱਥੇ ਜਾਣ ਕਰਨਗੀਆਂ। ਹੂੰ ਹੁਣ ਬਹਿ ਜਾਂਦਾ। ये दो, ये पकड़ो, ये आप दे दो, ये आप दे दो। ਬੜੀ ਮਿਹਰਬਾਨੀ। ਅੱਛਾ ਇਹ ਅਸੀਂ ਜਿਨ੍ਹਾਂ ਨੇ ਫਿਰ ਦਿੱਤੇ ਨਾ ਉਹਨਾਂ ਨੂੰ ਦੱਸ ਦਿੰਦੇ ਹੁੰਦੇ ਭਾਈ ਤੁਹਾਡੇ ਆ ਪੈਸੇ ਇੱਥੇ ਪਹੁੰਚ ਗਏ। 20,000 ਰੁਪਈਆ, ਠੀਕ ਆ। ਤੁਸੀਂ ਆਪਣੇ ਬੱਚਿਆਂ ਨੂੰ ਲੈ ਆਓ ਠੀਕ ਹੈ ਜੀ। ਤੇ ਜਿਹੜਾ ਕੋਈ ਰਾਸ਼ਨ ਪਾਣੀ ਚਾਹੀਦਾ ਉਹ ਲੈ ਲਓ, ਅੱਛਾ ਜੀ, ਬਾਕੀ ਤੁਹਾਡਾ ਅਸੀਂ ਕੋਈ ਬਿਹਤਰ ਨਿਜ਼ਾਮ ਕਰਕੇ ਦਿੰਨੇ ਆ। ਚਲੋ ਮਿਹਰਬਾਨੀ ਸਰ, ਠੀਕ ਹੈ ਜੀ। ਬਹੁਤ ਮਿਹਰਬਾਨੀ ਸਰ। ਅੱਲਾ ਇਹਦੇ ਵਿੱਚ ਤੁਸੀਂ ਤੁਹਾਡੇ ਨੂੰ ਹੋਣਾ ਕਿ ਤੁਸੀਂ ਇਹਦੇ ਵਿੱਚ ਸਟੈਪ ਲੈਣਾ, ਮਤਲਬ ਕਿ ਤੁਹਾਡੀ ਵਿਲ ਪਾਵਰ ਤੇ ਹੋਣਾ। ਠੀਕ ਹੈ ਸਰ, ਮਿਹਰਬਾਨੀ ਹੈ। ਹੂੰ ਮਿਹਰਬਾਨੀ, ਜਿੱਦਾਂ ਤੁਸੀਂ ਇਹ ਘਰ ਦਾ ਕੋਈ ਸਿਸਟਮ ਕਰੋਗੇ ਤਾਂ ਫਿਰ ਤੁਸੀਂ ਕੰਮ ਕਰ ਸਕਦੇ ਮੈਂ ਹੌਸਲਾ ਵੀ ਪੂਰਾ ਵਾ ਮੇਰੇ ਚ ਜੀ, ਹੌਸਲੇ ਹੋ। ਹਿੰਮਤ ਅੱਲਾ ਨੇ ਦਿੱਤੀ, ਹਿੰਮਤ ਬਸ ਠੀਕ ਹਿੰਮਤ ਆ, ਮੈਂ ਬਹੁਤ ਹੈ ਮੇਰੇ ਚ। ਤੁਹਾਨੂੰ ਕੰਮ ਕਰਵਾ ਦਿੰਨੇ ਆ, ਤੁਹਾਡਾ ਕਾਰੋਬਾਰ ਜ਼ਾਤੀ ਕਰਵਾ ਦਿੰਨੇ ਆ। ਮਿਹਰਬਾਨੀ ਹੈ ਜੀ। ਮੈਨੂੰ ਯਾਰ ਰੇੜ ਦੀ ਇੱਕ ਰੇੜੀ ਤੇ ਮੈਨੂੰ ਲੋੜ ਹੈ, ਬੱਚਿਆਂ ਨੂੰ ਸੌਦਾ ਸੁਦਾ ਲਿਆ ਕੇ ਮੈਂ ਦੇਦਾ ਕਰਾਂਗਾ। ਸਰ ਜੀ ਉਹ ਰਿਕਾਰਡ ਹੋ ਰਹੀ ਆ, ਹਾਂਜੀ ਉਹ ਅੱਲਾ ਦਾ ਕੋਈ ਫਰਿਸ਼ਤਾ ਸਿਫਤ ਬੰਦਾ ਜਿਹੜਾ ਉਹ ਵੀ ਤੁਹਾਨੂੰ ਲੈ ਦੂਗਾ ਇਨਸ਼ਾਅੱਲਾ। ਮਿਹਰਬਾਨੀ ਜੀ, ਮਿਹਰਬਾਨੀ। ਇਲੈਕਟ੍ਰਿਕ ਵੀਲ ਚੇਅਰ ਦੀ ਗੱਲ ਕਰਦੇ ਪਏ ਇਹ। ਹਾਂਜੀ ਹਾਂਜੀ ਇਲੈਕਟ੍ਰਿਕ ਵੀਲ ਚੇਅਰ ਜਿਹੜੀ ਆ ਉਹ 1,90,000 ਦੀ ਆ। ਹਾਂਜੀ ਅਗਰ ਤੁਸੀਂ ਡਾਇਰੈਕਟਲੀ ਪੈਸੇ ਪੇਮੈਂਟ ਕਰਨੀ ਤਾਂ, ਨਹੀਂ ਤਾਂ ਅਸੀਂ ਤੁਹਾਨੂੰ ਜਿਹੜੇ ਹੈਗੇ ਜਿੱਥੋਂ ਵੀਲ ਚੇਅਰਾਂ ਅਸੀਂ ਖਰੀਦਦੇ ਆ, ਅਸੀਂ ਉਹਨਾਂ ਦਾ ਡਾਇਰੈਕਟਲੀ ਅਕਾਊਂਟ ਨੰਬਰ ਦੇ ਸਕਦੇ ਆ। ਤੁਸੀਂ ਉੱਥੇ ਟ੍ਰਾਂਜੈਕਸ਼ਨ ਕਰਨੀ ਆ, ਵੀਲ ਚੇਅਰ ਸਾਨੂੰ ਉਹਨਾਂ ਨੇ ਡਿਲੀਵਰ ਕਰ ਦੇਣੀ ਤੇ ਉਹ ਲਿਆ ਕੇ ਅਸੀਂ ਇਹਨਾਂ ਦੇ ਹੈਂਡਓਵਰ ਕਰ ਦੇਣੀ। ਇਲੈਕਟ੍ਰਿਕ ਵੀਲ ਚੇਅਰ ਦੀ ਅਪੀਲ ਹੈ ਜੀ ਇਹ। ਹਾਂਜੀ। ਤੇ ਬਾਕੀ ਨਾਲ ਕਾਰੋਬਾਰ ਦਾ ਹਾਂਜੀ ਇਨਸ਼ਾਅੱਲਾ। ਕਾਰੋਬਾਰ ਜੀ, ਜਿਹੜਾ ਕੋਈ ਬੱਚਿਆਂ ਦਾ ਕੋਈ ਲੰਗਰ ਪਾਣੀ, ਬੀਵੀ ਦਾ ਬਿਮਾਰ ਆ, ਪੁੱਛ ਲਓ ਸਾਰਿਆਂ ਨੂੰ। ਹਸਪਤਾਲ ਆ ਉੱਥੇ ਫੈਸਲਾਬਾਦ, ਮੈਂ ਉਹਨੂੰ ਲੈਣ ਜਾਣਾ। ਮੈਂ ਕਿਹਾ ਜੀ ਮੈਂ ਤੁਹਾਡੇ ਕੋਲ ਆਏ ਤੁਹਾਨੂੰ ਬਾਅਦ ਮਿਹਰਬਾਨੀ। ਤੁਹਾਡੇ ਇੱਥੇ ਆਉਣ ਤੋਂ ਪਹਿਲੇ ਮੈਂ ਵੈਰੀਫਾਈ ਕਰ ਗਿਆ ਇੱਕ ਵਾਰੀ, ਇਸ ਪਿੰਡੋਂ ਪਹਿਲੇ ਵੀ ਹੋ ਕੇ ਗਿਆ, ਸਹੀ ਹੈ, ਮਿਹਰਬਾਨੀ ਸਰ, ਕਨਫਰਮ ਕਰ ਗਿਆ। ਅੱਛਾ ਜੀ, ਮਿਹਰਬਾਨੀ ਸਰ, ਅਸਲਾਮ ਵਾਲੇਕੁਮ। ਬਹੁਤ ਬਹੁਤ ਮਿਹਰਬਾਨੀ। ਅੱਲਾਹ ਪਾਕ ਬਹੁਤ ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ।